मॉर्निंग स्टूडेंट्स। अज दे इस ट्यूटोरियल दे राहीं असीं 8वीं जमात दा कंप्यूटर साइंस विषय दा दूसरा पाठ इंटरनेट पढ़ांगे। सब तो पहलां असीं पढ़ांगे कि नैटवर्क की है। दो जां दो तो वध कंप्यूटरां दे सुमेल नूं नैटवर्क कहा जाता है। ਜਦੋਂ ਅਸੀਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਸ ਨੂੰ ਆਪਸ ਦੇ ਵਿੱਚ ਕਨੈਕਟ ਕਰ ਦਿੰਦੇ ਹਾਂ ਤਾਂ ਇੱਕ ਨੈਟਵਰਕ ਆ ਜਿਹੜਾ ਉਹ ਬਣ ਜਾਂਦਾ ਹੈ। ਨੈਟਵਰਕ ਨੂੰ ਬਣਾਉਣ ਦਾ ਜਿਹੜਾ ਮਨੋਰਥ ਆ ਉਹ ਇਹ ਹੁੰਦਾ ਕਿ ਅਸੀਂ ਜਾਣਕਾਰੀ ਅਤੇ ਰਿਸੋਰਸਿਸ ਨੇ ਜਿਹੜੇ ਉਹ ਇੱਕ ਦੂਜੇ ਕੰਪਿਊਟਰ ਦੇ ਨਾਲ ਅਸੀਂ ਸਾਂਝੀ ਕਰਨਾ ਚਾਹੁੰਦੇ ਹੁੰਦੇ ਹਾਂ। ਇਸ ਦੇ ਨਾਲ ਸਮੇਂ ਅਤੇ ਧਨ ਦੀ ਜਿਹੜੀ ਆ ਬੱਚਤ ਉਹ ਬਹੁਤ ਹੁੰਦੀ ਆ। ਸਾਡਾ ਕੰਮ ਆ ਜਿਹੜਾ ਉਹ ਬਹੁਤ ਫਾਸਟ ਹੋ ਜਾਂਦਾ। ਇਸ ਕਰਕੇ ਅਸੀਂ ਜਿਹੜਾ ਨੈਟਵਰਕ ਆ ਉਹ ਬਣਾਉਂਦੇ ਹਾਂ। ਇੰਟਰਨੈਟ ਕੀ ਹੈ? ਇੰਟਰਨੈਟ ਦਾ ਅਰਥ ਹੈ ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਸ। ਜਦੋਂ ਕਈ ਨੈਟਵਰਕ ਆਪਸ ਵਿੱਚ ਜੁੜਦੇ ਹਨ ਤਾਂ ਇੰਟਰਨੈਟਵਰਕ ਜਾਂ ਇੰਟਰਨੈਟ ਬਣਦਾ ਹੈ। ਸ਼ੁਰੂ ਵਿੱਚ ਅਸੀਂ ਪੜ੍ਹਿਆ ਸੀ ਵੀ ਨੈਟਵਰਕ ਕੀ ਹੁੰਦਾ। ਜਦੋਂ ਅਸੀਂ ਕਈ ਕੰਪਿਊਟਰਸ ਨੂੰ ਆਪਸ ਜੋੜਦੇ ਹਾਂ ਤਾਂ ਨੈਟਵਰਕ ਆ ਜਿਹੜਾ ਉਹ ਬਣਦਾ। ਪਰ ਜਦੋਂ ਅਸੀਂ ਕਈ ਨੈਟਵਰਕ ਨੂੰ ਆਪਸ ਜੋੜਦੇ ਹਾਂ ਤਾਂ ਉਦੋਂ ਕੀ ਬਣਦਾ? ਇੰਟਰਨੈਟ। ਤਾਂ ਇਹ ਜਿਹੜੇ ਇੰਟਰਨੈਟ ਦੇ ਅੰਦਰ ਜਿਹੜੇ ਨੈਟਵਰਕ ਆਉਂਦੇ ਆ ਇਹ ਰਿਮੋਟ ਲੋਕੇਸ਼ਨ ਦੇ ਉੱਤੇ ਪਏ ਹੁੰਦੇ ਆ। ਦੂਰ ਦੂਰ ਥਾਵਾਂ ਦੇ ਉੱਤੇ ਨੈਟਵਰਕ ਜਿਹੜੇ ਉਹਨਾਂ ਨੂੰ ਆਪਸ ਦੇ ਵਿੱਚ ਜੋੜਿਆ ਜਾਂਦਾ ਵਾ। ਜਦੋਂ ਇਹ ਨੈਟਵਰਕ ਆਪਸ ਜੁੜਦੇ ਆ ਤਾਂ ਉਦੋਂ ਕੀ ਬਣਦਾ? ਇੰਟਰਨੈਟ। ਇੱਥੇ ਦੋ ਗੱਲਾਂ ਕਲੀਅਰ ਹੋ ਗਈਆਂ। ਨੈਟਵਰਕ ਕੀ ਆ? ਜਦੋਂ ਅਸੀਂ ਕੁਛ ਕੰਪਿਊਟਰਸ ਨੂੰ ਆਪਸ ਜੋੜਦੇ ਹਾਂ ਤਾਂ ਉਦੋਂ ਨੈਟਵਰਕ ਬਣਦਾ, ਅਤੇ ਜਦੋਂ ਅਸੀਂ ਕਈ ਨੈਟਵਰਕ ਨੂੰ ਆਪਸ ਦੇ ਵਿੱਚ ਜੋੜਦੇ ਹਾਂ ਤਾਂ ਉਦੋਂ ਇੰਟਰਨੈਟ ਬਣਦਾ। ਇਸ ਨੂੰ ਨੈਟਵਰਕ ਆਫ ਨੈਟਵਰਕਸ ਵੀ ਕਿਹਾ ਜਾਂਦਾ ਹੈ ਅਤੇ ਇਹ ਸੰਸਾਰ ਵਿੱਚ ਫੈਲੇ ਲੱਖਾਂ ਕੰਪਿਊਟਰਾਂ ਤੋਂ ਬਣਿਆ ਹੈ। ਸੰਸਾਰ ਵਿੱਚ ਫੈਲੇ ਹੋਏ ਮੀਨਸ ਸ਼ਹਿਰਾਂ ਨਾਲ ਸ਼ਹਿਰ ਜੁੜ ਗਏ, ਰਾਜਾਂ ਨਾਲ ਰਾਜ, ਦੇਸ਼ਾਂ ਨਾਲ ਦੇਸ਼ ਜੁੜੇ, ਅਤੇ ਪੂਰਾ ਸੰਸਾਰ ਆਪਸ ਦੇ ਵਿੱਚ ਜਦੋਂ ਜੁੜਦਾ ਵਾ ਨੈਟਵਰਕ ਦੇ ਥਰੂ ਤਾਂ ਉਦੋਂ ਇੱਕ ਜਿਹੜਾ ਨੈਟਵਰਕ ਐਸਟੈਬਲਿਸ਼ ਹੁੰਦਾ ਵਾ, ਜਿਹੜਾ ਬਣਦਾ ਵਾ ਨੈਟਵਰਕ, ਉਹਨੂੰ ਅਸੀਂ ਇੰਟਰਨੈਟ ਕਹਿੰਦੇ ਹਾਂ। ਇੰਟਰਨੈਟ ਦਾ ਇਤਿਹਾਸ। 1969 ਵਿੱਚ ਜਦੋਂ ਆਦਮੀ ਨੇ ਚੰਦ 'ਤੇ ਕਦਮ ਰੱਖਿਆ, US ਡਿਫੈਂਸ ਡਿਪਾਰਟਮੈਂਟ ਨੇ ਅੱਗੇ ਖੋਜ ਕਰਨ ਲਈ ਇੱਕ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਦੀ ਸਥਾਪਨਾ ਕੀਤੀ। ਉਹਨਾਂ ਨੇ ਡਾਟਾ ਦੀ ਸਾਂਝ ਲਈ 4 ਕੰਪਿਊਟਰਾਂ ਦਾ ਇੱਕ ਨੈਟਵਰਕ ਸਥਾਪਿਤ ਕੀਤਾ ਜਿਸ ਨੂੰ ਨਾਮ ਦਿੱਤਾ ਗਿਆ ਅਰਪਾਨੈਟ। ਅਰਪਾਨੈਟ ਦਾ ਮਤਲਬ ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ ਨੈਟਵਰਕ। ਬਾਅਦ ਵਿੱਚ ਹੋਰ ਅਦਾਰੇ ਅਤੇ ਯੂਨੀਵਰਸਿਟੀਆਂ ਵੀ ਇਸ ਨੈਟਵਰਕ ਨਾਲ ਜੁੜ ਗਈਆਂ ਅਤੇ ਸੂਚਨਾ ਨੂੰ ਸਾਂਝਾ ਕਰਨ ਲੱਗ ਪਈਆਂ। ਇਸ ਤਰ੍ਹਾਂ ਕੰਪਿਊਟਰ ਨੈਟਵਰਕਿੰਗ ਦੀ ਸ਼ੁਰੂਆਤ ਹੋਈ। ਦਿਨੋਂ ਦਿਨ ਇਸ ਦਾ ਦਾਇਰਾ ਵੱਧਦਾ ਗਿਆ ਅਤੇ ਇਸ ਨੇ ਇੰਟਰਨੈਟ ਨੂੰ ਜਨਮ ਦਿੱਤਾ। ਸ਼ੁਰੂ ਦੇ ਵਿੱਚ ਇੰਟਰਨੈਟ ਦੇ ਇਤਿਹਾਸ ਦੀ ਅਗਰ ਗੱਲ ਕਰੀਏ ਤਾਂ ਸ਼ੁਰੂ ਦੇ ਵਿੱਚ ਇੰਟਰਨੈਟ ਬਣਾਉਣ ਦੇ ਲਈ ਅਮਰੀਕਨ ਡਿਫੈਂਸ ਡਿਪਾਰਟਮੈਂਟ ਨੇ ਕੁਛ ਕੰਪਿਊਟਰਸ ਨੂੰ ਆਪਸ ਦੇ ਵਿੱਚ ਕਨੈਕਟ ਕਰਕੇ ਇੱਕ ਪ੍ਰਯੋਗ ਕੀਤਾ, ਜਿਹੜਾ ਕਿ ਪ੍ਰਯੋਗ ਸਫਲ ਹੋਇਆ, ਅਤੇ ਉਸ ਤੋਂ ਬਾਅਦ ਉਹਨੇ ਹੋਰ ਡਿਫੈਂਸ ਦੀਆਂ ਜਿਹੜੀਆਂ ਬ੍ਰਾਂਚਿਸ ਸੀਗੀਆਂ ਉਹਨਾਂ ਨੂੰ ਆਪਸ ਦੇ ਵਿੱਚ ਜੋੜਿਆ, ਅਤੇ ਹੌਲੀ ਹੌਲੀ ਫਿਰ ਉਸ ਟੈਕਨੀਕ ਨੂੰ ਬਾਕੀ ਹੋਰ ਅਦਾਰੇ, ਯੂਨੀਵਰਸਿਟੀ, ਕਾਲਜਿਸ ਉਹਨਾਂ ਨੇ ਅਡੋਪਟ ਕੀਤਾ, ਅਤੇ ਇਸੇ ਤਰ੍ਹਾਂ ਇਹ ਵੱਧਦਾ ਅੱਗੇ ਜਾ ਕੇ ਇੰਟਰਨੈਟ ਦਾ ਇਹਨੇ ਰੂਪ ਲੈ ਲਿਆ। ਭਾਰਤ ਵਿੱਚ ਇੰਟਰਨੈਟ ਸੇਵਾਵਾਂ ਦੀ ਸ਼ੁਰੂਆਤ 15 ਅਗਸਤ 1995 ਵਿੱਚ VSNL ਨਾਮ ਦੀ ਸਰਕਾਰੀ ਕੰਪਨੀ ਦੁਆਰਾ ਸ਼ੁਰੂ ਕੀਤੀਆਂ ਗਈਆਂ। 15 ਅਗਸਤ 1995 ਨੂੰ ਭਾਰਤ ਦੇ ਵਿੱਚ ਇੰਟਰਨੈਟ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਗਈ ਸੀ। ਇੰਟਰਨੈਟ ਲਈ ਜ਼ਰੂਰਤਾਂ। ਇੰਟਰਨੈਟ ਲਈ ਕਿਹੜੀਆਂ ਜ਼ਰੂਰਤਾਂ ਹੋ ਸਕਦੀਆਂ ਕਿ ਅਸੀਂ ਆਪਣੇ ਕੋਲ ਇੰਟਰਨੈਟ ਨੂੰ ਯੂਜ਼ ਕਰਨਾ ਵਾ, ਤਾਂ ਸਾਡੇ ਕੋਲ ਦੋ ਤਰ੍ਹਾਂ ਦੀਆਂ ਇੰਟਰਨੈਟ ਦੀਆਂ ਜ਼ਰੂਰਤਾਂ ਨੇ। ਇੱਕ ਹਾਰਡਵੇਅਰ ਜ਼ਰੂਰਤਾਂ ਨੇ, ਇੱਕ ਸੌਫਟਵੇਅਰ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਹਾਰਡਵੇਅਰ ਜ਼ਰੂਰਤਾਂ ਦੀ। ਕੰਪਿਊਟਰ ਸਾਡੇ ਕੋਲ ਹੋਣਾ ਚਾਹੀਦਾ, ਇੱਕ ਟੈਲੀਫੋਨ ਲਾਈਨ ਕਨੈਕਸ਼ਨ ਹੋਣਾ ਚਾਹੀਦਾ, ਰੈਮ 128 MB ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਆ, ਅਤੇ ਇੰਟਰਨੈਟ ਨਾਲ ਜੁੜਨ ਲਈ ਸਾਡੇ ਕੋਲ ਇੱਕ ਮੋਡਮ ਹੋਣਾ ਚਾਹੀਦਾ। ਇਹ ਸਾਡੇ ਕੋਲ
ਮੁੱਢਲੀਆਂ ਲੋੜਾਂ ਨੇ, ਹਾਰਡਵੇਅਰ ਜ਼ਰੂਰਤਾਂ ਨੇ ਜਿਹੜੀਆਂ ਸਾਡੇ ਕੋਲੇ ਹੋਣੀਆਂ ਹਰ ਹਾਲਤ ਦੇ ਵਿੱਚ ਜ਼ਰੂਰੀ ਹਨ। ਇਹਨਾਂ ਤੋਂ ਬਿਨਾਂ ਅਸੀਂ ਇੰਟਰਨੈਟ ਨੂੰ ਆਪਣੇ ਕੋਲ ਨਹੀਂ ਚਲਾ ਸਕਦੇ। ਇੱਕ ਕੰਪਿਊਟਰ ਹੋਣਾ ਚਾਹੀਦਾ ਸਾਡੇ ਕੋਲ ਲੇਟੈਸਟ, ਟੈਲੀਫੋਨ ਲਾਈਨ ਕਨੈਕਸ਼ਨ ਹੋਣਾ ਚਾਹੀਦਾ। ਰੈਮ ਦੀ ਅਗਰ ਗੱਲ ਕਰੀਏ ਤਾਂ ਕੰਪਿਊਟਰ ਦੇ ਅੰਦਰ ਇਨਬਿਲਟ ਹੁੰਦਾ ਉਹ। ਜਦੋਂ ਹੀ ਅਸੀਂ ਅੱਜ ਕੱਲ੍ਹ ਕੰਪਿਊਟਰ ਲੈਂਦੇ ਹਾਂ ਜਾਂ ਲੈਪਟਾਪ ਵਗੈਰਾ ਕਰਦੇ ਹਾਂ ਤਾਂ ਉਹਦੇ ਵਿੱਚ ਇਨਫ ਰੈਮ ਆ ਜਿਹੜੀ ਉਹ ਹੁੰਦੀ ਹੈ, ਜਿਹੜੀ ਕਿ ਇੰਟਰਨੈਟ ਦੇ ਲਈ ਜ਼ਰੂਰੀ ਹੁੰਦੀ ਆ। ਉਹਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਇੰਟਰਨੈਟ ਨਾਲ ਜੁੜਨ ਲਈ ਮੋਡਮ ਜ਼ਰੂਰੀ ਆ। ਮੋਡਮ ਇੱਕ ਉਹ ਡਿਵਾਈਸ ਆ ਜਿਹੜਾ ਕਿ ਇੰਟਰਨੈਟ ਨੂੰ ਸਾਡੇ ਕੰਪਿਊਟਰਸ ਦੇ ਉੱਤੇ ਚਲਾਉਂਦਾ। ਇਹ ਐਨਾਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਅਤੇ ਡਿਜੀਟਲ ਸਿਗਨਲ ਨੂੰ ਐਨਾਲੌਗ ਸਿਗਨਲ ਦੇ ਵਿੱਚ ਕਨਵਰਟ ਕਰਦਾ। ਤਾਂ ਇਹ ਸਾਡੀਆਂ ਹਾਰਡਵੇਅਰ ਜ਼ਰੂਰਤਾਂ, ਇਹਨਾਂ ਦੇ ਨਾਲ ਅਸੀਂ ਇੰਟਰਨੈਟ ਨੂੰ ਆਪਣੇ ਕੰਪਿਊਟਰਸ ਦੇ ਉੱਤੇ ਚਲਾ ਸਕਦੇ। ਸੈਕਿੰਡ, ਸਾਡੇ ਕੋਲੇ ਸੌਫਟਵੇਅਰ ਜ਼ਰੂਰਤਾਂ। ਸੌਫਟਵੇਅਰ ਜ਼ਰੂਰਤਾਂ ਦੇ ਅੰਦਰ ਸਾਡੇ ਕੋਲੇ ਓਪਰੇਟਿੰਗ ਸਿਸਟਮ ਹੋਣਾ ਇੱਕ ਜ਼ਰੂਰੀ ਆ। ਵਿੰਡੋ 7, ਵਿੰਡੋ 8, ਵਿੰਡੋ 10 ਔਰ ਲਾਈਨੈਕਸ ਦਾ ਓਪਰੇਟਿੰਗ ਸਿਸਟਮ ਆ ਜਿਹੜਾ ਉਹ ਸਾਡੇ ਕੋਲੇ ਹੋਣਾ ਚਾਹੀਦਾ। ਸੌਫਟਵੇਅਰ ਦੀ ਦੂਜੀ ਜ਼ਰੂਰਤ ਆ ਸਾਡੀ ਵੈਬ ਬਰਾਊਜ਼ਰ ਦੀ। ਵੈਬ ਬਰਾਊਜ਼ਰ ਉਹ ਐਪਲੀਕੇਸ਼ਨ ਜਿਹਦੇ ਰਾਹੀਂ ਅਸੀਂ ਵੈਬਸਾਈਟਸ ਨੂੰ ਆਪਣੇ ਕੰਪਿਊਟਰ ਦੇ ਉੱਤੇ ਖੋਲ੍ਹ ਕੇ ਦੇਖ ਸਕਦੇ ਹਾਂ। ਇਹਦੇ ਲਈ ਸਾਡੇ ਕੋਲੇ ਗੂਗਲ ਕ੍ਰੋਮ ਹੋ ਸਕਦਾ, ਸਾਡੇ ਕੋਲੇ ਮੋਜ਼ਿਲਾ ਫਾਇਰਫੌਕਸ ਦਾ ਵੈਬ ਬਰਾਊਜ਼ਰ ਹੋ ਸਕਦਾ, ਜਾਂ ਇਸ ਤੋਂ ਇਲਾਵਾ ਅਸੀਂ ਇੰਟਰਨੈਟ ਐਕਸਪਲੋਰਰ ਜਿਹੜਾ ਕਿ ਪਹਿਲਾਂ ਤੋਂ ਹੀ ਵਿੰਡੋਜ਼ ਓਪਰੇਟਿੰਗ ਸਿਸਟਮ ਦੇ ਵਿੱਚ ਸਾਨੂੰ ਮਿਲਦਾ, ਇਹਨਾਂ ਵਿੱਚੋਂ ਜਾਂ ਇਸ ਤੋਂ ਇਲਾਵਾ ਹੋਰ ਵੀ ਕਈ ਨੇ ਵੈਬ ਬਰਾਊਜ਼ਰ ਜਿਨ੍ਹਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਸੋ ਇਹ ਸੀਗੀਆਂ ਹਾਰਡਵੇਅਰ ਅਤੇ ਸੌਫਟਵੇਅਰ ਜ਼ਰੂਰਤਾਂ ਇੰਟਰਨੈਟ ਦੇ ਲਈ। ਇੰਟਰਨੈਟ ਅਤੇ ਨੈੱਟਵਰਕ ਦੇ ਕੰਮ। ਨੰਬਰ 1, ਦੁਨੀਆ ਦੀਆਂ ਖਬਰਾਂ ਅਤੇ ਜਾਣਕਾਰੀ। ਇੰਟਰਨੈਟ ਸਾਨੂੰ ਅਖਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਔਨਲਾਈਨ ਖਬਰਾਂ ਪੜ੍ਹਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਇੰਟਰਨੈਟ ਨੂੰ ਯੂਜ਼ ਕਰਕੇ ਅਸੀਂ ਵੱਖ-ਵੱਖ ਤਰ੍ਹਾਂ ਦੇ ਅਖਬਾਰ ਅਤੇ ਜਿਹੜੇ ਸੋਸ਼ਲ ਮੀਡੀਆ ਨੈਟਵਰਕ ਨੇ ਉਹਨਾਂ ਨੂੰ ਯੂਜ਼ ਕਰਕੇ, ਜਿਵੇਂ ਫੇਸਬੁੱਕ, ਟਵਿੱਟਰ, ਵਟਸਐਪ ਵਗੈਰਾ, ਗੂਗਲ ਜਾਂ ਇਸ ਤਰ੍ਹਾਂ ਕਈ ਬਲੌਗ ਚੱਲਦੇ ਨੇ, ਉਹਨਾਂ ਦੇ ਰਾਹੀਂ ਅਸੀਂ ਦੁਨੀਆ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਸੰਬੰਧੀ ਅਸੀਂ ਜਾਣਕਾਰੀ ਜਿਹੜੀ ਹੈਗੀ ਆ ਉਹ ਹਾਸਲ ਕਰ ਸਕਦੇ ਹਾਂ। ਸੈਕਿੰਡ, ਕਲਾ ਅਤੇ ਮਨੋਰੰਜਨ ਦਾ ਸਾਧਨ। ਇੰਟਰਨੈਟ ਦੁਆਰਾ ਅਸੀਂ ਵੱਖ-ਵੱਖ ਤਰ੍ਹਾਂ ਦੇ ਸੌਫਟਵੇਅਰ, ਗੇਮਾਂ ਅਤੇ ਫਿਲਮਾਂ ਆਦਿ ਡਾਊਨਲੋਡ ਕਰ ਸਕਦੇ ਹਾਂ। ਅਸੀਂ ਆਪਣੀ ਲੋੜ ਦੇ ਮੁਤਾਬਕ ਸੌਫਟਵੇਅਰ, ਅਗਰ ਸਾਨੂੰ ਕਿਸੇ ਤਰੀਕੇ ਦਾ ਕੋਈ ਸੌਫਟਵੇਅਰ ਚਾਹੀਦਾ ਜਾਂ ਅਸੀਂ ਕੋਈ ਗੇਮ ਖੇਡਣੀ ਚਾਹੁੰਦੇ ਹਾਂ, ਜਾਂ ਇਸ ਤੋਂ ਇਲਾਵਾ ਅਸੀਂ ਕੋਈ ਐਂਟਰਟੇਨਮੈਂਟ ਦੇ ਲਈ ਕੋਈ ਫਿਲਮਾਂ ਨੇ, ਕੋਈ ਮਿਊਜ਼ਿਕ ਆ, ਜਾਂ ਕੋਈ ਸ਼ਬਦ ਵਗੈਰਾ ਨੇ, ਜਾਂ ਕੋਈ ਕੀਰਤਨ ਆ, ਕੁਛ ਵੀ ਅਸੀਂ ਡਾਊਨਲੋਡ ਕਰਨਾ, ਉਹ ਅਸੀਂ ਇੰਟਰਨੈਟ ਦੀ ਵਰਤੋਂ ਕਰਕੇ ਆਪਣੇ ਕੰਪਿਊਟਰ ਔਰ ਆਪਣੇ ਮੋਬਾਈਲ ਦੇ ਉੱਤੇ ਡਾਊਨਲੋਡ ਕਰ ਸਕਦੇ ਹਾਂ। ਥਰਡ ਇਜ਼ ਔਨਲਾਈਨ ਖਰੀਦਦਾਰੀ। ਇੰਟਰਨੈਟ ਦੀ ਵਰਤੋਂ ਕਰਕੇ ਔਨਲਾਈਨ ਖਰੀਦਦਾਰੀ ਕੀਤੀ ਜਾ ਸਕਦੀ ਹੈ। ਔਨਲਾਈਨ ਖਰੀਦਦਾਰੀ ਦੇ ਲਈ ਸਾਨੂੰ ਵੈਬਸਾਈਟ ਦੇ ਉੱਤੇ ਜਾਣਾ ਪੈਂਦਾ ਔਰ ਉਸ ਵੈਬਸਾਈਟ ਨੂੰ ਖੋਲ੍ਹ ਕੇ ਅਸੀਂ ਲੋੜੀਂਦਾ ਪ੍ਰੋਡਕਟ ਚੁਣਦੇ ਹਾਂ। ਉਸ ਤੋਂ ਬਾਅਦ ਅਸੀਂ ਪੇਮੈਂਟ ਦੇ ਮੋਡ ਚੁਣਦੇ ਹਾਂ। ਉਹ ਅਸੀਂ ਨੈੱਟ ਬੈਂਕਿੰਗ, ਕ੍ਰੈਡਿਟ ਕਾਰਡ ਰਾਹੀਂ ਜਾਂ ਕੈਸ਼ ਔਨ ਡਿਲੀਵਰੀ, ਅਲੱਗ-ਅਲੱਗ ਇਹਨਾਂ ਮਾਧਿਅਮ ਦੇ ਰਾਹੀਂ ਅਸੀਂ ਜਿਹੜੀ ਪੇਮੈਂਟ ਆ ਉਹ ਕਰ ਸਕਦੇ ਹਾਂ ਅਤੇ ਅਸੀਂ ਘਰ ਬੈਠੇ ਹੀ ਔਨਲਾਈਨ ਖਰੀਦਦਾਰੀ ਜਿਹੜੀ ਆ ਉਹ ਅਸੀਂ ਕਰ ਸਕਦੇ ਹਾਂ। ਚਿੱਠੀਆਂ ਭੇਜਣਾ। ਈਮੇਲ ਇੰਟਰਨੈਟ ਦੀ ਇੱਕ ਬਹੁਤ ਪ੍ਰਸਿੱਧ ਵਿਸ਼ੇਸ਼ਤਾ ਹੈ। ਇਸ ਨਾਲ ਅਸੀਂ ਸੰਦੇਸ਼ ਭੇਜ ਅਤੇ ਪ੍ਰਾਪਤ ਕਰ ਸਕਦੇ ਹਾਂ। ਇੰਟਰਨੈਟ ਦੀ ਵਰਤੋਂ ਕਰਕੇ ਅਸੀਂ ਈਮੇਲ ਨੂੰ ਦੂਜੇ ਕਿਸੇ ਵਿਅਕਤੀ ਨੂੰ ਭੇਜ ਸਕਦੇ ਹਾਂ ਜਾਂ ਅਸੀਂ ਕਿਸੇ ਦੂਜੇ ਵਿਅਕਤੀ ਤੋਂ ਈਮੇਲ ਪ੍ਰਾਪਤ ਵੀ ਕਰ ਸਕਦੇ ਹਾਂ। ਈਮੇਲ ਭੇਜਣ ਅਤੇ ਈਮੇਲ ਪ੍ਰਾਪਤ ਕਰਨ ਲਈ ਸਾਡੇ ਕੋਲੇ ਈਮੇਲ ਐਡਰੈਸ ਹੋਣਾ ਜ਼ਰੂਰੀ ਹੈ। ਸਿਹਤ ਅਤੇ ਤੰਦਰੁਸਤੀ। ਇੰਟਰਨੈਟ ਦੀ ਵਰਤੋਂ ਕਰਕੇ ਅਸੀਂ ਸਿਹਤ ਅਤੇ ਤੰਦਰੁਸਤੀ ਲਈ ਜਾਣਕਾਰੀ ਹਾਸਲ ਕਰ ਸਕਦੇ ਹਾਂ ਅਤੇ ਕਿਸੇ ਬਿਮਾਰੀ ਨੂੰ ਦੂਰ ਕਰਨ ਲਈ ਸਾਵਧਾਨੀਆਂ ਅਤੇ ਉਪਾਅ ਦੀ ਖੋਜ ਕਰ ਸਕਦੇ ਹਾਂ। ਸੈਰ ਸਪਾਟਾ। ਇੰਟਰਨੈਟ ਦੀ ਮਦਦ ਨਾਲ ਅਸੀਂ ਦੁਨੀਆ ਵਿੱਚ
ਕਿਤੇ ਵੀ ਜਾਣ ਲਈ ਕਿਸੇ ਵੀ ਸਮੇਂ ਆਨਲਾਈਨ ਰੇਲਵੇ ਟਿਕਟ, ਹਵਾਈ ਜਹਾਜ਼ ਟਿਕਟ ਅਤੇ ਹੋਟਲ ਆਦਿ ਦੀ ਬੁਕਿੰਗ ਵੀ ਕਰ ਸਕਦੇ ਹਾਂ। ਇੰਟਰਨੈਟ ਦੀ ਵਰਤੋਂ ਕਰਕੇ ਇਹ ਸਾਰੀਆਂ ਸੁਵਿਧਾਵਾਂ ਅਸੀਂ ਮੋਬਾਈਲ ਨੂੰ ਯੂਜ਼ ਕਰਕੇ ਜਾਂ ਆਪਣੇ ਕੰਪਿਊਟਰ ਦੇ ਉੱਤੇ ਇਹਨਾਂ ਸਾਰੇ ਜਿਹੜੇ ਕੰਮ ਨੇ ਸੈਰ ਸਪਾਟੇ ਦੇ ਲਈ, ਅਗਰ ਅਸੀਂ ਕਿਤੇ ਜਾਣਾ ਤਾਂ ਉਹਦੇ ਲਈ ਅਸੀਂ ਟਿਕਟਾਂ ਵਗੈਰਾ ਜਾਂ ਉੱਥੇ ਹੋਟਲ ਵਗੈਰਾ ਜਾਂ ਅਸੀਂ ਕੋਈ ਵੀ ਬੁਕਿੰਗ ਕਰਵਾਉਣੀ ਆ ਤਾਂ ਅਸੀਂ ਉਹ ਇੰਟਰਨੈਟ ਨੂੰ ਯੂਜ਼ ਕਰਕੇ ਘਰ ਬੈਠੇ ਹੀ ਕਰ ਸਕਦੇ ਹਾਂ। ਚੈਟਿੰਗ। ਇੰਟਰਨੈਟ ਦੀ ਮਦਦ ਨਾਲ ਅਸੀਂ ਚੈਟਿੰਗ ਵੀ ਕਰ ਸਕਦੇ ਹਾਂ। ਅਸੀਂ ਦੁਨੀਆ ਵਿੱਚ ਕਿਸੇ ਨਾਲ ਲਿਖਤੀ ਸੰਦੇਸ਼ ਦਾ ਆਦਾਨ ਪ੍ਰਦਾਨ ਕਰਕੇ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹਾਂ। ਚੈਟਿੰਗ ਕੀ ਹੈ? ਸ਼ਬਦੀ ਚਰਚਾ। ਅਸੀਂ ਕਿਸੇ ਨੂੰ ਸੁਨੇਹਾ ਅਗਰ ਭੇਜਣਾ ਜਾਂ ਪ੍ਰਾਪਤ ਕਰਨਾ ਤਾਂ ਅਸੀਂ ਉਹ ਲਿਖ ਕੇ ਜਿਹੜਾ ਟੈਕਸਟ ਕਰਦੇ ਹਾਂ ਉਹਨੂੰ ਅਸੀਂ ਚੈਟਿੰਗ ਕਹਿੰਦੇ ਹਾਂ। ਜਿਵੇਂ ਅਸੀਂ WhatsApp ਯੂਜ਼ ਕਰਦੇ ਹਾਂ, ਉਹਦੇ ਅੰਦਰ ਸਾਡੇ ਕੋਲ ਬਹੁਤ ਸਾਰੇ ਮੈਸੇਜ ਆਉਂਦੇ ਨੇ ਤਾਂ ਉਹਨੂੰ ਅਸੀਂ ਚੈਟਿੰਗ ਕਹਿ ਸਕਦੇ ਹਾਂ। ਔਰ ਇੰਟਰਨੈਟ ਦੀ ਵਰਤੋਂ ਕਰਕੇ ਚੈਟਿੰਗ ਅਸੀਂ ਅਲੱਗ-ਅਲੱਗ ਮੀਡੀਆ ਦੇ ਰਾਹੀਂ ਜਿਹੜਾ ਉਹ ਕਰ ਸਕਦੇ ਹਾਂ। ਬੈਂਕਿੰਗ ਸੇਵਾਵਾਂ। ਇੰਟਰਨੈਟ ਅਤੇ ਈ ਬੈਂਕਿੰਗ ਦੀ ਸਹੂਲਤ ਨੂੰ ਵਰਤਦੇ ਹੋਏ ਹੁਣ ਬੈਂਕਿੰਗ ਕਾਰਵਾਈਆਂ ਸਿੱਧੇ ਘਰ ਬੈਠੇ ਹੀ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਇੰਟਰਨੈਟ ਦੀ ਵਰਤੋਂ ਕਰਕੇ ਅਸੀਂ ਬੈਂਕ ਵੱਲੋਂ ਸਾਨੂੰ ਦਿੱਤੀ ਗਈ ਈ ਬੈਂਕਿੰਗ ਦੀ ਸਹੂਲਤ ਦੀ ਵਰਤੋਂ ਕਰਕੇ ਅਸੀਂ ਘਰ ਬੈਠੇ ਹੀ ਆਪਣੇ ਖਾਤੇ ਦੇ ਸੰਬੰਧੀ ਸਾਰੀ ਜਾਣਕਾਰੀ ਜਿਹੜੀ ਆ ਉਹ ਹਾਸਲ ਕਰ ਸਕਦੇ ਹਾਂ। ਕੁਝ ਮੁੱਢਲੇ ਕੰਮ ਨੇ ਜਿਹੜੇ ਪੈਸਾ ਟ੍ਰਾਂਸਫਰ ਕਰਨਾ, ਬਿੱਲਾਂ ਦੀ ਅਦਾਇਗੀ ਕਰਨੀ, ਆਨਲਾਈਨ ਖਰੀਦਦਾਰੀ ਕਰਨੀ, ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਉਹ ਅਸੀਂ ਘਰ ਬੈਠੇ ਹੀ ਬੈਂਕਿੰਗ ਦੀਆਂ ਸੇਵਾਵਾਂ ਲੈ ਕੇ ਆਪਣੇ ਪੂਰੇ ਕਰ ਸਕਦੇ ਹਾਂ। ਬੈਂਕਿੰਗ ਆਪਣੇ ਖਾਤੇ ਦੀ ਅਸੀਂ ਕੋਈ ਸਟੇਟਮੈਂਟ ਵਗੈਰਾ ਲੈਣੀ ਹੈ ਜਾਂ ਖਾਤੇ ਸੰਬੰਧੀ ਅਸੀਂ ਬੈਲੈਂਸ ਚੈੱਕ ਕਰਨਾ ਜਾਂ ਹੋਰ ਖਾਤੇ ਦੇ ਸੰਬੰਧੀ ਅਸੀਂ ਕੋਈ ਜਾਣਕਾਰੀ ਹਾਸਲ ਕਰਨੀ ਹੈ ਤਾਂ ਉਹ ਅਸੀਂ ਘਰ ਬੈਠੇ ਹੀ ਕਰ ਸਕਦੇ ਹਾਂ। ਵੀਡੀਓ ਕਾਨਫਰੰਸਿੰਗ। ਵੀਡੀਓ ਕਾਨਫਰੰਸਿੰਗ ਰਾਹੀਂ ਅਸੀਂ ਕੋਈ ਵੀ ਦੋ ਜਾਂ ਦੋ ਤੋਂ ਵੱਧ ਵਿਅਕਤੀ ਇੱਕ ਦੂਜੇ ਨੂੰ ਵੇਖਦੇ ਹੋਏ ਗੱਲਬਾਤ ਕਰ ਸਕਦੇ ਹਾਂ। ਜਿਸ ਤਰ੍ਹਾਂ ਮਲਟੀਨੈਸ਼ਨਲ ਕੰਪਨੀਜ਼ ਜਾਂ ਵੱਡੇ ਅਦਾਰੇ ਨੇ ਉਹ ਵੀਡੀਓ ਕਾਨਫਰੰਸਿੰਗ ਨੂੰ ਯੂਜ਼ ਕਰਕੇ ਇੱਕ ਦੂਜੇ ਨੂੰ ਦੇਖਦੇ ਹੋਏ ਆਪਸ ਦੇ ਵਿੱਚ ਗੱਲਬਾਤ ਕਰ ਸਕਦੇ ਆ। ਜਿਸ ਤਰ੍ਹਾਂ ਹੁਣ ਲੋਕਡਾਊਨ ਪੀਰੀਅਡ ਦੇ ਦੌਰਾਨ ਸਰਕਾਰੀ ਵਿਭਾਗਾਂ ਦੀਆਂ, ਸਕੂਲਾਂ ਦੀਆਂ ਸਾਰੀਆਂ ਜਿਹੜੀਆਂ ਮੀਟਿੰਗਸ ਨੇ ਉਹ ਸਾਰੀਆਂ ਹੁਣ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਐਪ ਨੇ, ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸੌਫਟਵੇਅਰ ਨੇ, ਜ਼ੂਮ ਹੋ ਗਿਆ, ਕਈ ਤਰ੍ਹਾਂ ਦੇ ਹੋਰ ਸੌਫਟਵੇਅਰ ਨੇ ਜਿਹੜੇ ਉਹਨਾਂ ਨੂੰ ਯੂਜ਼ ਕਰਕੇ ਜਿਹੜੀ ਵੀਡੀਓ ਕਾਨਫਰੰਸਿੰਗ ਆ ਜਾਂ ਗੱਲਬਾਤ ਆ ਜਿਹੜੀ ਆਪਸ ਦੇ ਵਿੱਚ ਉਹ ਕੀਤੀ ਜਾ ਸਕਦੀ ਹੈ। ਨੈਕਸਟ ਟੌਪਿਕ ਇੰਟਰਨੈਟ ਕਨੈਕਸ਼ਨ। ਅੱਜ ਦੇ ਸਮੇਂ ਵਿੱਚ ਲੈਪਟਾਪ, ਪਰਸਨਲ ਕੰਪਿਊਟਰ, ਮੋਬਾਈਲ ਫੋਨ ਨੂੰ ਇੰਟਰਨੈਟ ਨਾਲ ਜੋੜਨ ਦੇ ਕਈ ਤਰੀਕੇ ਹਨ। ਕੁਝ ਆਮ ਵਰਤੇ ਜਾਣ ਵਾਲੇ ਇੰਟਰਨੈਟ ਕਨੈਕਸ਼ਨ ਇਸ ਪ੍ਰਕਾਰ ਹਨ। ਨੰਬਰ 1 ਡਾਇਲ ਅਪ ਕਨੈਕਸ਼ਨ, ਨੰਬਰ 2 ਬ੍ਰੌਡਬੈਂਡ ਕਨੈਕਸ਼ਨ, ਨੰਬਰ 3 ਵਾਇਰਲੈਸ ਕਨੈਕਸ਼ਨ, ਨੰਬਰ 4 DSL ਤੇ ਨੰਬਰ 5 ISDN। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਡਾਇਲ ਅਪ ਕਨੈਕਸ਼ਨ ਦੀ। ਇਹ ਕਨੈਕਸ਼ਨ ਟੈਲੀਫੋਨ ਲਾਈਨ ਯੰਤਰ ਦੁਆਰਾ ਸਥਾਪਿਤ ਕੀਤੇ ਜਾਂਦੇ ਹਨ। ਇਹ ਕਨੈਕਸ਼ਨ ਘੱਟ ਇੰਟਰਨੈਟ ਦੀ ਵਰਤੋਂ ਵਾਲੇ ਯੂਜ਼ਰ ਵਰਤਦੇ ਹਨ। ਬ੍ਰੌਡਬੈਂਡ। ਬ੍ਰੌਡਬੈਂਡ ਕਨੈਕਸ਼ਨ ਕੰਪਿਊਟਰਾਂ ਨੂੰ ਟੈਲੀਫੋਨ ਜਾਂ ਟਰਾਂਸਮਿਸ਼ਨ ਲਾਈਨ ਨਾਲ ਜੋੜਦਾ ਹੈ। ਇਹ ਹਮੇਸ਼ਾ ਤੇਜ਼ ਰਫ਼ਤਾਰ ਨਾਲ ਵਰਤਿਆ ਜਾਂਦਾ ਹੈ। ਵਾਇਰਲੈਸ। ਇਸ ਕਨੈਕਸ਼ਨ ਵਿੱਚ ਰੇਡੀਓ ਫ੍ਰੀਕੁਐਂਸੀ ਸਿਗਨਲ ਵਰਤੇ ਜਾਂਦੇ ਹਨ। ਇਹ ਹਮੇਸ਼ਾ ਔਨ ਦੀ ਸਥਿਤੀ ਵਿੱਚ ਹੁੰਦਾ ਹੈ। ਇਸ ਵਿੱਚ ਮੋਡਮ ਹੋਰ ਉਪਕਰਨਾਂ ਤੱਕ ਸਿਗਨਲ ਪਹੁੰਚਾਉਂਦਾ ਹੈ। ਮੋਸਟਲੀ ਹੁਣ ਇਸ ਤਰ੍ਹਾਂ ਦੇ ਜਿਹੜੇ ਮੋਡਮ ਨੇ, ਇਸ ਤਰ੍ਹਾਂ ਦੇ ਜਿਹੜੇ ਕਨੈਕਸ਼ਨ ਨੇ ਉਹੀ ਯੂਜ਼ ਕੀਤੇ ਜਾਂਦੇ ਆ। ਮੋਡਮ ਨੇ ਜਿਹੜੇ ਉਹ ਵਾਇਰਲੈਸ ਮੋਡਮ ਨੇ ਉਹ ਅਤੇ ਉਹਨਾਂ ਦੇ ਸਿਗਨਲ ਨੇ ਜਿਹੜੇ ਉਹ ਰੇਡੀਓ ਫ੍ਰੀਕੁਐਂਸੀ ਸਿਗਨਲ ਦੇ ਰਾਹੀਂ ਬਾਕੀ ਡਿਵਾਈਸਿਸ ਨੇ ਜਿਹੜੇ, ਚਾਹੇ ਉਹ ਮੋਬਾਈਲ ਆ, ਕੋਈ ਲੈਪਟਾਪ ਆ, ਕੋਈ ਟੈਬਲੇਟ ਆ, ਜੋ ਵੀ ਡਿਵਾਈਸ ਹੈਗਾ ਉਹਨਾਂ ਦੇ ਤੱਕ ਉਹ ਸਿਗਨਲ ਜਿਹੜਾ ਹੈਗਾ ਵਾ ਇੱਕ ਰੇਂਜ ਦੇ ਅੰਦਰ ਪਹੁੰਚਾਉਂਦਾ ਵਾ ਅਤੇ ਉਹਨਾਂ ਕੰਪਿਊਟਰਸ ਦੇ ਉੱਤੇ ਜਾਂ ਉਹਨਾਂ ਡਿਵਾਈਸਿਸ ਦੇ ਉੱਤੇ ਜਿਹੜਾ ਇੰਟਰਨੈਟ ਆ ਉਹ ਚੱਲਦਾ।
DSL ਡਿਜੀਟਲ ਸਬਸਕ੍ਰਾਈਬਰ ਲਾਈਨ। ਛੋਟੇ ਵਪਾਰੀਆਂ ਜਾਂ ਪਰਸਨਲ ਯੂਜ਼ਰ ਦੇ ਕੋਲ ਸਥਾਈ ਕਨੈਕਸ਼ਨ ਲਈ ਇੱਕ ਵਿਅਕਤੀਗਤ ਟੀਵੀ ਲਾਈਨ DSL ਹੁੰਦੀ ਹੈ। ਇਹ ਸੁਵਿਧਾ ਡਾਇਲ ਅਪ ਕਨੈਕਸ਼ਨ ਨਾਲੋਂ ਮਹਿੰਗੀ ਹੁੰਦੀ ਹੈ। ISDN ਇੰਟੀਗ੍ਰੇਟਡ ਸਰਵਿਸ ਡਿਜੀਟਲ ਨੈਟਵਰਕ। ISDN ਯੂਜ਼ਰ ਨੂੰ ਅਤੇ ਰੇਡੀਓ ਅਤੇ ਵੀਡੀਓ ਆਦਿ ਕੰਟੈਂਟ ਨੂੰ ਡਿਜੀਟਲ ਟੈਲੀਫੋਨ ਲਾਈਨ ਜਾਂ ਸਟੈਂਡਰਡ ਟੈਲੀਫੋਨ ਵਾਇਰ 'ਤੇ ਭੇਜਦਾ ਹੈ। ਟਰਾਂਸਮਿਸ਼ਨ ਦੇ ਦੋਹਾਂ ਪਾਸੇ ISDN ਅਡਾਪਟਰ ਦੀ ਜ਼ਰੂਰਤ ਹੁੰਦੀ ਹੈ। ਨੈਕਸਟ ਟੌਪਿਕ ਹੈ ਬੇਟਾ ਮੋਡਮ। ਮੋਡਮ ਦਾ ਪੂਰਾ ਨਾਮ ਮਾਡੂਲੇਟਰ ਡੀਮਾਡੂਲੇਟਰ ਹੈ। ਮੋਡਮ ਦੁਆਰਾ ਕੰਪਿਊਟਰ ਟੈਲੀਫੋਨ ਜਾਂ ਕੇਬਲ ਦੀਆਂ ਲਾਈਨਾਂ ਦੁਆਰਾ ਡਾਟਾ ਦਾ ਸੰਚਾਰ ਕਰਦਾ ਹੈ। ਮੋਡਮ ਐਨਾਲੌਗ ਸਿਗਨਲ ਨੂੰ ਡਿਜੀਟਲ ਅਤੇ ਡਿਜੀਟਲ ਸਿਗਨਲ ਨੂੰ ਐਨਾਲੌਗ ਸਿਗਨਲ ਵਿੱਚ ਬਦਲਦਾ ਹੈ। ਮੋਡਮ ਦੀਆਂ ਕਿਸਮਾਂ। ਮੋਡਮ ਦੋ ਕਿਸਮ ਦੇ ਹੁੰਦੇ ਹਨ। ਨੰਬਰ 1 ਬਾਹਰੀ ਮੋਡਮ, ਨੰਬਰ 2 ਅੰਦਰੂਨੀ ਮੋਡਮ। ਬਾਹਰੀ ਮੋਡਮ ਕੰਪਿਊਟਰ ਦੇ ਨਾਲ ਤਾਰਾਂ ਦੇ ਜ਼ਰੀਏ ਬਾਹਰੀ ਤੌਰ 'ਤੇ ਜੁੜੇ ਹੁੰਦੇ ਹਨ। ਨੰਬਰ 2 ਅੰਦਰੂਨੀ ਮੋਡਮ ਕੰਪਿਊਟਰ ਦੇ ਅੰਦਰ ਲੱਗੇ ਹੁੰਦੇ ਹਨ। ਦੋ ਤਰ੍ਹਾਂ ਦੇ ਮੋਡਮ ਨੇ, ਇੱਕ ਬਾਹਰੀ ਮੋਡਮ ਹੁੰਦਾ, ਇੱਕ ਅੰਦਰੂਨੀ ਮੋਡਮ ਹੁੰਦਾ। ਮੋਡਮ ਦੀ ਸਪੀਡ। ਮੋਡਮ ਦੀ ਸਪੀਡ ਅਲੱਗ-ਅਲੱਗ ਹੁੰਦੀ ਹੈ। ਧੀਮੀ ਰਫ਼ਤਾਰ ਵਾਲੇ ਮੋਡਮ ਮੈਸੇਜ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਜ਼ਿਆਦਾ ਸਮਾਂ ਲਗਾਉਂਦੇ ਹਨ। ਇਸ ਕਰਕੇ ਤੇਜ਼ ਰਫ਼ਤਾਰ ਵਾਲਾ ਮੋਡਮ ਹੀ ਵਰਤਣਾ ਚਾਹੀਦਾ ਹੈ। ਸਰਫਿੰਗ ਲਈ 56 kbps ਰਫ਼ਤਾਰ ਤੋਂ ਘੱਟ ਦਾ ਮੋਡਮ ਆ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਸੋ ਇਹ ਸੀ ਮੋਡਮ। ਮੋਡਮ ਕੀ ਆ? ਇੱਕ ਡਿਵਾਈਸ ਆ ਜਿਹਦੇ ਨਾਲ ਅਸੀਂ ਆਪਣੇ ਕੰਪਿਊਟਰ 'ਤੇ ਇੰਟਰਨੈਟ ਚਲਾਉਂਦੇ ਹਾਂ। ਇਹ ਐਨਾਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਅਤੇ ਡਿਜੀਟਲ ਸਿਗਨਲ ਨੂੰ ਐਨਾਲੌਗ ਸਿਗਨਲ ਦੇ ਵਿੱਚ ਬਦਲਦਾ ਹੈ। ਮੋਡਮ ਦੋ ਤਰ੍ਹਾਂ ਦੇ ਹੁੰਦੇ ਹਨ, ਬਾਹਰੀ ਮੋਡਮ ਤੇ ਅੰਦਰੂਨੀ ਮੋਡਮ। ਇੰਟਰਨੈਟ ਸਰਵਿਸ ਪ੍ਰੋਵਾਈਡਰ ਨੈਕਸਟ ਟੌਪਿਕ ਹੈ ਬੇਟਾ। ISP ਉਹ ਕੰਪਨੀ ਹੁੰਦੀ ਹੈ ਜੋ ਸਾਨੂੰ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਜਿਹੜੀਆਂ ਕੰਪਨੀਆਂ ਨੇ, ਜਿਵੇਂ ਤੁਸੀਂ ਸੁਣਦੇ ਹੋ ਏਅਰਟੈਲ, ਜੀਓ, BSNL, ਇਹ ਸਾਰੇ ISP ਨੇ, ਮਤਲਬ ਇੰਟਰਨੈਟ ਸਰਵਿਸ ਪ੍ਰੋਵਾਈਡਰ, ਜਿਹੜਾ ਕਿ ਸਾਨੂੰ ਇੰਟਰਨੈਟ ਦੀ ਸਹੂਲਤ ਪ੍ਰਦਾਨ ਕਰਦੇ ਆ। ISP ਸਾਨੂੰ ਵੱਖ-ਵੱਖ ਪ੍ਰਕਾਰ ਦੇ ਇੰਟਰਨੈਟ ਕਨੈਕਸ਼ਨ ਦੀ ਸੁਵਿਧਾ ਪ੍ਰਦਾਨ ਕਰਦੇ ਹਨ ਅਤੇ ਸਾਡੇ ਤੋਂ ਫੀਸ ਵਸੂਲਦੇ ਹਨ। ISP ਨੂੰ ਇੰਟਰਨੈਟ ਐਕਸੈਸ ਪੁਆਇੰਟ ਵੀ ਕਿਹਾ ਜਾਂਦਾ ਹੈ। ISP ਕੀ ਨੇ? ਉਹ ਕੰਪਨੀ ਜੋ ਸਾਨੂੰ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕਰਦੀ ਆ, ਅਤੇ ਉਸ ਸੁਵਿਧਾ ਦੇ ਲਈ ਸਾਨੂੰ ਕੰਪਨੀ ਨੂੰ ਪੈਸੇ ਆ ਜਿਹੜੇ ਉਹ ਅਦਾ ਕਰਨੇ ਪੈਂਦੇ ਆ। ਅਲੱਗ-ਅਲੱਗ ਤਰ੍ਹਾਂ ਦੀਆਂ ਕੰਪਨੀਜ਼, ਜਿਵੇਂ ਏਅਰਟੈਲ ਹੋ ਗਿਆ, ਜੀਓ ਹੋ ਗਿਆ, BSNL ਹੋ ਗਿਆ, ਇਹ ਸਾਰੀਆਂ ਕੰਪਨੀਜ਼ ਨੇ ਜਿਹੜੀਆਂ ਸਾਨੂੰ ਇੰਟਰਨੈਟ ਦੀ ਸਰਵਿਸ ਪ੍ਰੋਵਾਈਡ ਕਰਦੀਆਂ ਨੇ। ਇੰਟਰਨੈਟ ਦੇ ਲਾਭ ਜਾਂ ਸੇਵਾਵਾਂ। ਨੰਬਰ 1 ਵਰਲਡ ਵਾਈਡ ਵੈਬ, ਨੰਬਰ 2 ਈਮੇਲ, ਨੰਬਰ 3 ਈ-ਕਮਰਸ, ਨੰਬਰ 4 ਸੋਸ਼ਲ ਨੈਟਵਰਕਿੰਗ ਸਾਈਟਸ, ਨੰਬਰ 5 ਚੈਟਿੰਗ ਤੇ ਨੰਬਰ 6 ਸਰਚਿੰਗ। ਵਰਲਡ ਵਾਈਡ ਵੈਬ। ਵਰਲਡ ਵਾਈਡ ਵੈਬ ਇੱਕ ਬਹੁਤ ਵੱਡਾ ਕੰਪਿਊਟਰ ਨੈਟਵਰਕ ਹੈ। ਇਸ ਵਿੱਚ ਸਾਰੀਆਂ ਪਬਲਿਕ ਵੈਬਸਾਈਟਾਂ ਅਤੇ ਕਲਾਇੰਟ ਉਪਕਰਨ ਸ਼ਾਮਲ ਹੁੰਦੇ ਹਨ। ਵੈਬਸਾਈਟ ਨੂੰ ਇੱਕ URL ਮੀਨ ਯੂਨੀਫਾਰਮ ਰਿਸੋਰਸ ਲੋਕੇਟਰ ਦੁਆਰਾ ਪਹਿਚਾਣਿਆ ਜਾਂਦਾ ਹੈ। ਇਸ ਵਿੱਚ ਈਮੇਲ, ਮੇਲਿੰਗ ਲਿਸਟ, ਨਿਊਜ਼ ਗਰੁੱਪ ਆਦਿ ਸ਼ਾਮਲ ਹੁੰਦੇ ਹਨ। ਵਰਲਡ ਵਾਈਡ ਵੈਬ ਕੀ ਹੈ? ਇੱਕ ਬਹੁਤ ਵੱਡਾ ਕੰਪਿਊਟਰ ਨੈਟਵਰਕ ਆ ਜਿਹਦੇ ਵਿੱਚ ਸਾਰੀਆਂ ਪਬਲਿਕ ਵੈਬਸਾਈਟਾਂ ਤੇ ਕਲਾਇੰਟ ਉਪਕਰਨ ਸ਼ਾਮਲ ਹੁੰਦੇ ਹਨ। ਇਹਦੇ ਨਾਲ ਸਾਡੀਆਂ ਵੈਬਸਾਈਟਾਂ ਨੇ ਜਿਹੜੀਆਂ ਉਹ ਚੱਲਦੀਆਂ ਨੇ। ਈਮੇਲ ਦੀ ਵਰਤੋਂ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਇਸ ਰਾਹੀਂ ਅਸੀਂ ਟੈਕਸਟ, ਆਵਾਜ਼ਾਂ ਆਦਿ ਕਿਸਮ ਦੀਆਂ ਫਾਈਲਾਂ
ਨੂੰ ਆ ਉਹ ਭੇਜ ਸਕਦੇ ਹਾਂ ਦੂਜੇ ਕੰਪਿਊਟਰਸ ਤੱਕ। ਈਮੇਲ ਭੇਜਣ ਅਤੇ ਪ੍ਰਾਪਤ ਕਰਨ ਲਈ ਈਮੇਲ ਪਤਾ ਹੋਣਾ ਜ਼ਰੂਰੀ ਹੈ। ਈਮੇਲ ਦੇ ਲਾਭ ਨੇ ਘੱਟ ਖਰਚ, ਤੇਜ਼ ਰਫ਼ਤਾਰ ਅਤੇ ਸੁਵਿਧਾ। ਅਗਰ ਅਸੀਂ ਈਮੇਲ ਕਰਦੇ ਹਾਂ ਤਾਂ ਸਾਡੀ ਈਮੇਲ ਆ ਉਹ ਬਹੁਤ ਤੇਜ਼ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਪਹੁੰਚ ਜਾਂਦੀ ਆ, ਜਿਹਦੇ ਨਾਲ ਸਾਡਾ ਖਰਚਾ ਘੱਟ ਹੁੰਦਾ ਅਤੇ ਸਾਨੂੰ ਕੰਮ ਬਹੁਤ ਸਾਡਾ ਫਾਸਟ ਹੋ ਜਾਂਦਾ। ਅਤੇ ਇਹ ਇੱਕ ਬਹੁਤ ਵੱਡੀ ਜਿਹੜੀ ਸੁਵਿਧਾ ਵਾ ਉਹ ਸੰਦੇਸ਼ ਇੱਕ ਥਾਂ ਤੋਂ ਦੂਜੇ ਥਾਂ 'ਤੇ ਭੇਜਣ ਦੇ ਲਈ ਹੈ। ਥਰਡ ਇਜ਼ ਈ ਕਮਰਸ। ਸਮੇਂ ਅਤੇ ਦੂਰੀ ਦੀਆਂ ਸੀਮਾਵਾਂ ਤੋਂ ਹਟ ਕੇ ਵਪਾਰ ਕਰਨ ਦੀ ਯੋਗਤਾ ਹੀ ਈ ਕਮਰਸ ਨੂੰ ਇੰਟਰਨੈਟ ਦੀ ਸਭ ਤੋਂ ਮਹੱਤਵਪੂਰਨ ਸੁਵਿਧਾ ਬਣਾਉਂਦੀ ਹੈ। ਮਾਊਸ ਦੇ ਇੱਕ ਬਟਨ ਨੂੰ ਦਬਾਉਣ ਨਾਲ ਗਾਹਕ ਕੋਈ ਵੀ ਚੀਜ਼ ਦਿਨ ਹੋਵੇ ਜਾਂ ਰਾਤ ਘਰ ਬੈਠੇ ਹੀ ਖਰੀਦ ਸਕਦਾ ਹੈ। ਇੰਟਰਨੈਟ ਦੀ ਵਰਤੋਂ ਕਰਕੇ ਅਸੀਂ ਚੀਜ਼ਾਂ ਖਰੀਦ ਸਕਦੇ ਹਾਂ ਅਤੇ ਅਸੀਂ ਚੀਜ਼ਾਂ ਵੇਚ ਵੀ ਸਕਦੇ ਹਾਂ। ਅਲੱਗ-ਅਲੱਗ ਤਰ੍ਹਾਂ ਦੀਆਂ ਵੈਬਸਾਈਟ ਨੇ ਜਿਨ੍ਹਾਂ ਦੇ ਉੱਤੋਂ ਅਸੀਂ ਜਿਹੜੀਆਂ ਪ੍ਰੋਡਕਟ ਨੇ ਉਹ ਅਸੀਂ ਖਰੀਦ ਸਕਦੇ ਹਾਂ ਅਤੇ ਅਸੀਂ ਉਹਨਾਂ ਪ੍ਰੋਡਕਟਸ ਨੂੰ ਉੱਥੇ ਅਪਲੋਡ ਕਰਕੇ ਵੇਚ ਵੀ ਸਕਦੇ ਹਾਂ। ਅਤੇ ਇਹਦੇ ਲਈ ਅਸੀਂ ਘਰ ਬੈਠੇ ਹੀ ਆਪਣੇ ਕੰਪਿਊਟਰ ਨੂੰ ਯੂਜ਼ ਕਰਕੇ ਅਤੇ ਇੰਟਰਨੈਟ ਨੂੰ ਯੂਜ਼ ਕਰਕੇ ਇਹ ਜਿਹੜੇ ਕੰਮ ਨੇ ਉਹ ਅਸੀਂ ਕਰ ਸਕਦੇ ਹਾਂ। ਸੋਸ਼ਲ ਨੈਟਵਰਕਿੰਗ ਸਾਈਟਸ। ਸੋਸ਼ਲ ਨੈਟਵਰਕਿੰਗ ਵੈਬਸਾਈਟਾਂ ਇੰਟਰਨੈਟ ਨੂੰ ਵਰਤਣ ਵਾਲੇ ਦੇ ਆਨਲਾਈਨ ਸਮੂਹ ਦੀ ਤਰ੍ਹਾਂ ਕੰਮ ਕਰਦੀਆਂ ਹਨ। ਹਰ ਸੋਸ਼ਲ ਨੈਟਵਰਕਿੰਗ ਵੈਬਸਾਈਟ ਵਿੱਚ ਯੂਜ਼ਰ ਦਾ ਇੱਕ ਆਪਣਾ ਪ੍ਰੋਫਾਈਲ ਹੁੰਦਾ ਹੈ ਜਿਸ ਵਿੱਚ ਯੂਜ਼ਰ ਨਾਲ ਸੰਬੰਧਿਤ ਜਾਣਕਾਰੀ ਹੁੰਦੀ ਹੈ। ਇਹ ਸਾਈਟਾਂ ਸਮਾਜਿਕ ਜਾਂ ਵਪਾਰਕ ਜਾਣਕਾਰੀ ਸਾਂਝੀ ਕਰਨ ਲਈ ਵਰਤੀਆਂ ਜਾਂਦੀਆਂ ਹਨ। ਉਦਾਹਰਨ ਫੇਸਬੁੱਕ, ਟਵਿੱਟਰ, ਇਹ ਸਾਰੀਆਂ ਵੈਬਸਾਈਟ ਨੇ ਜਿਹੜੀਆਂ ਸੋਸ਼ਲ ਨੈਟਵਰਕਿੰਗ ਵੈਬਸਾਈਟ ਕਹਾਉਂਦੀਆਂ ਨੇ। ਇਹਨਾਂ ਦੇ ਨਾਲ ਸਮਾਜਿਕ ਤੌਰ 'ਤੇ ਜਾਂ ਵਪਾਰਕ ਤੌਰ 'ਤੇ ਲੋਕ ਇੱਕ ਦੂਜੇ ਨਾਲ ਜਿਹੜੇ ਆ ਜੁੜਦੇ ਆ ਅਤੇ ਜਾਣਕਾਰੀ ਜਿਹੜੀ ਹੈਗੀ ਆ ਉਹ ਸਾਂਝੀ ਕਰਦੇ ਆ। ਵਿਸ਼ਾ ਚਾਹੇ ਕੋਈ ਵੀ ਹੋਵੇ, ਇਹਨਾਂ ਵੈਬਸਾਈਟ ਨੂੰ ਯੂਜ਼ ਕਰਕੇ ਸੋਸ਼ਲ ਤੌਰ 'ਤੇ ਜਾਂ ਵਪਾਰਕ ਤੌਰ ਦੇ ਉੱਤੇ ਲੋਕ ਨੇ ਜਿਹੜੇ ਇੱਕ ਦੂਜੇ ਦੇ ਨਾਲ ਉਹ ਕਨੈਕਟ ਹੁੰਦੇ ਆ ਅਤੇ ਆਪਣੇ ਜਿਹੜੇ ਸੁਨੇਹੇ ਆ ਉਹ ਇੱਕ ਦੂਜੇ ਨੂੰ ਭੇਜ ਅਤੇ ਪ੍ਰਾਪਤ ਕਰ ਸਕਦੇ ਆ। ਚੈਟਿੰਗ। ਇੰਟਰਨੈਟ ਦੀ ਮਦਦ ਨਾਲ ਅਸੀਂ ਚੈਟਿੰਗ ਵੀ ਕਰ ਸਕਦੇ ਹਾਂ। ਚੈਟਿੰਗ ਦਾ ਅਰਥ ਹੈ ਸ਼ਬਦੀ ਚਰਚਾ। ਅਸੀਂ ਦੁਨੀਆ ਵਿੱਚ ਕਿਸੇ ਨਾਲ ਲਿਖਤੀ ਸੰਦੇਸ਼ ਦਾ ਆਦਾਨ ਪ੍ਰਦਾਨ ਕਰਕੇ ਗੱਲਬਾਤ ਕਰ ਸਕਦੇ ਹਾਂ। ਚੈਟਿੰਗ ਮੋਬਾਈਲ ਜਾਂ ਕੰਪਿਊਟਰ ਦੀ ਵਰਤੋਂ ਕਰਕੇ ਕੀਤੀ ਜਾ ਸਕਦੀ ਹੈ। ਇੰਟਰਨੈਟ ਦੀ ਮਦਦ ਦੇ ਨਾਲ ਅਸੀਂ ਲਿਖਤੀ ਰੂਪ ਦੇ ਵਿੱਚ ਜਦੋਂ ਕਿਸੇ ਨੂੰ ਸੰਦੇਸ਼ ਭੇਜਦੇ ਹਾਂ ਜਾਂ ਪ੍ਰਾਪਤ ਕਰਦੇ ਹਾਂ, ਅਸੀਂ ਉਹਨੂੰ ਕਹਿੰਦੇ ਹਾਂ ਕਿ ਇਹ ਅਸੀਂ ਚੈਟਿੰਗ ਕਰ ਰਹੇ ਹਾਂ। ਚੈਟਿੰਗ ਦਾ ਅਰਥ ਹੈ ਸ਼ਬਦੀ ਚਰਚਾ। ਨੰਬਰ 6 ਸਰਚਿੰਗ। ਇੰਟਰਨੈਟ ਦੀ ਮਦਦ ਨਾਲ ਸਰਚਿੰਗ ਵੀ ਕੀਤੀ ਜਾ ਸਕਦੀ ਹੈ। ਸਰਚਿੰਗ ਦਾ ਅਰਥ ਹੈ ਵੈਬਸਾਈਟ ਜਾਂ ਵੈਬ ਪੰਨਿਆਂ ਨੂੰ ਲੱਭਣਾ ਹੈ। ਜਾਣਕਾਰੀ ਲੱਭਣ ਲਈ ਸਰਚ ਇੰਜਣ ਵਰਤਿਆ ਜਾਂਦਾ ਹੈ। ਗੂਗਲ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਰਚ ਇੰਜਣ ਪ੍ਰੋਗਰਾਮ ਹੈ। ਸਰਚਿੰਗ ਦਾ ਮੀਨਸ ਅਸੀਂ ਇੰਟਰਨੈਟ ਤੋਂ ਕੋਈ ਵੀ ਜਿਹੜੀ ਵੈਬਸਾਈਟ ਆ ਉਹਨੂੰ ਅਸੀਂ ਲੱਭਣਾ ਜਾਂ ਕੋਈ ਜਾਣਕਾਰੀ ਜਿਹੜੀ ਹੈਗੀ ਉਹ ਅਸੀਂ ਲੱਭਣੀ ਆ ਜਾਂ ਕੋਈ ਵੈਬ ਪੇਜ ਅਸੀਂ ਸਰਚ ਕਰਨਾ, ਤਾਂ ਅਸੀਂ ਕਿਸੇ ਇੱਕ ਸਰਚ ਇੰਜਣ ਨੂੰ ਯੂਜ਼ ਕਰਕੇ ਉਹ ਜਿਹੜੀ ਜਾਣਕਾਰੀ ਹੈ ਜਾਂ ਵੈਬਸਾਈਟ ਆ ਜਾਂ ਕੁਛ ਵੀ ਆ ਉਹਨੂੰ ਅਸੀਂ ਸਰਚ ਕਰ ਸਕਦੇ ਹਾਂ। ਗੂਗਲ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਰਚ ਇੰਜਣ ਪ੍ਰੋਗਰਾਮ ਹੈ। ਇੰਟਰਨੈਟ ਸਕਿੱਲਸ। ਇੰਟਰਨੈਟ ਟੂਲਸ ਵਿੱਚ ਕਾਫੀ ਸੁਧਾਰ ਹੋ ਚੁੱਕਾ ਹੈ, ਪਰ ਫਿਰ ਵੀ ਯੂਜ਼ਰ ਕੋਲ ਇੰਟਰਨੈਟ ਵਰਤਣ ਦਾ ਹੁਨਰ ਹੋਣਾ ਚਾਹੀਦਾ ਹੈ। ਨੰਬਰ 1, ਯੂਜ਼ਰ ਨੂੰ ਪ੍ਰੋਗਰਾਮ ਚਲਾਉਣੇ ਅਤੇ ਬੰਦ ਕਰਨੇ ਆਉਣੇ ਚਾਹੀਦੇ ਹਨ। ਫਾਈਲਾਂ ਕਾਪੀ ਕਰਨੀਆਂ ਆਉਣੀਆਂ ਚਾਹੀਦੀਆਂ ਹਨ। ਡਾਊਨਲੋਡ, ਪ੍ਰਿੰਟ, ਸਾਰੇ ਸਾਫਟਵੇਅਰ ਸਕਿੱਲਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇੰਟਰਨੈਟ ਦੀ ਵਰਤੋਂ ਦੇ ਲਈ ਇੰਟਰਨੈਟ ਦੇ ਉੱਪਰ ਕਿਸ ਤਰ੍ਹਾਂ ਅਸੀਂ ਇਨਫੋਰਮੇਸ਼ਨ ਨੂੰ ਫਾਈਂਡ ਕਰਨਾ, ਕਿਹੜੀ ਇਨਫੋਰਮੇਸ਼ਨ ਸਾਡੇ ਲਈ ਸਹੀ ਆ, ਉਹਦੀ ਰੇਟਿੰਗਸ ਨੂੰ ਅਸੀਂ ਦੇਖਦੇ ਹਾਂ, ਕਿਹੜੀਆਂ ਤਸਵੀਰਾਂ ਸਾਡੇ ਲਈ ਸਹੀ ਨੇ, ਉਹਨਾਂ ਦੀਆਂ ਡਾਇਮੈਂਸ਼ਨਸ ਸਾਰਾ ਕੁਝ ਅਸੀਂ ਚੈੱਕ ਕਰਦੇ ਹਾਂ। ਸਾਨੂੰ ਫਾਈਲਾਂ ਨੂੰ ਸੇਵ ਕਰਨਾ ਆਉਣਾ ਚਾਹੀਦਾ। ਫਾਈਲਾਂ ਨੂੰ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਕਾਪੀ ਕਰਨਾ ਆਉਣਾ ਚਾਹੀਦਾ। ਕਿਸ ਤਰ੍ਹਾਂ ਅਸੀਂ ਇੰਟਰਨੈਟ ਦੇ ਪ੍ਰਿੰਟ ਲੈਣੇ ਨੇ, ਇਹ ਸਾਡੇ ਇੰਟਰਨੈਟ ਦੇ ਸਕਿੱਲਸ ਨੇ। ਇਹਨਾਂ ਦੇ ਬਾਰੇ ਹਰੇਕ ਯੂਜ਼ਰ ਨੂੰ ਜਿਹੜੀ ਜਾਣਕਾਰੀ ਆ ਉਹ ਹੋਣੀ ਬਹੁਤ ਜ਼ਰੂਰੀ ਆ। ਸੋ ਇਹ ਸੀ ਬੇਟਾ ਤੁਹਾਡਾ ਚੈਪਟਰ 2 ਇੰਟਰਨੈਟ।
ਇਹਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਹੈ ਤੇ ਉਮੀਦ ਕਰਦਾ ਕਿ ਤੁਹਾਨੂੰ ਇਹ ਜਿਹੜੇ ਟੌਪਿਕ ਨੇ ਇਸ ਚੈਪਟਰ ਦੇ ਉਹ ਸਮਝ ਲੱਗ ਗਏ ਹੋਣਗੇ ਤੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਸਾਰੇ। ਅਗਰ ਕੋਈ ਟੌਪਿਕ ਨਹੀਂ ਸਮਝ ਲੱਗਿਆ ਤਾਂ ਦੁਬਾਰਾ ਉਸ ਟੌਪਿਕ ਦੇ ਉੱਤੇ ਜਾ ਕੇ ਤੁਸੀਂ ਉਸ ਟੌਪਿਕ ਨੂੰ ਦੇਖ ਸਕਦੇ ਹੋ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ।